गुरु जी। वाहिगुरु जी का खालसा, वाहिगुरु जी की फतेह। ਅਸੀਂ ਵੈਸੇ ਆਪਣੀ ਸਾਖੀ ਭੁੱਲ ਗਏ ਸੀ ਜਦੋਂ ਖਾਲਸਾ ਜੀ ਨੇ ਆਪਣੇ ਯੋਧਿਆਂ ਦੇ ਜਿਹੜੇ ਉਹਨਾਂ ਰੰਗਾਂ ਨੂੰ ਦੁਬਾਰਾ ਸਾਨੂੰ ਯਾਦ ਕਰਾਇਆ। ਅਸੀਂ ਵੀ ਆਪ ਜੀ ਨਾਲ ਉਹਨਾਂ ਰੰਗਾਂ ਨੂੰ ਹੀ ਥੋੜ੍ਹਾ ਜਿਹਾ ਆਪਣੀ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪ ਜੀ ਨਾਲ ਥੋੜ੍ਹਾ ਜਿਹਾ ਕੰਟੀਨਿਊ ਕਰ ਦਿੰਦੇ ਹਾਂ ਕਿ ਜਦੋਂ ਤੁਸੀਂ ਯੋਧੇ ਬਣਨਾ, ਖਾਸ ਕਰਕੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਸੋਸ਼ਲ ਮੀਡੀਆ ਵਾਲੇ ਯੋਧੇ ਨਹੀਂ ਬਣਨਾ। ਇਹ ਉਹਨਾਂ ਯੋਧਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਅਸਲ ਦੇ ਵਿੱਚ ਕੁਛ ਕਰਕੇ ਦਿਖਾਇਆ। ਉਹਨਾਂ ਨੇ ਉਹ ਨੀਤੀਆਂ, ਉਹ ਜਿਹੜੀਆਂ ਘਾਟਾਂ ਘਾੜੀਆਂ ਜਿਹੜੀਆਂ ਕਿ ਤੁਹਾਨੂੰ ਕਈ ਸਮੇਂ ਬਾਅਦ ਉਹਨਾਂ ਦਾ ਜਿਹੜੀ ਪ੍ਰਾਪਤੀ ਤੁਹਾਨੂੰ ਸਮਝ ਆਉਂਦੀ ਆ। ਜਿਵੇਂ ਇੱਕ ਯੋਧੇ ਹੋਏ ਨੇ ਸ਼ਹੀਦ ਊਧਮ ਸਿੰਘ। ਸ਼ਹੀਦ ਊਧਮ ਸਿੰਘ ਜਲਿਆਂਵਾਲੇ ਬਾਗ ਦੇ ਕਾਂਡ ਤੋਂ ਬਾਅਦ ਉਹਨੇ ਪ੍ਰਣ ਕੀਤਾ ਕਿ ਮੈਂ ਜਨਰਲ ਡਾਇਰ ਨੂੰ ਜਾ ਕੇ ਉਹ ਇੰਗਲੈਂਡ ਦੇ ਵਿੱਚ ਉਹਦਾ ਸੌਦਾ ਲਾਣਾ। ਹੁਣ ਉਹ ਕਿੰਨੇ ਸਾਲਾਂ ਦੀ ਉਹਨੇ ਤਪੱਸਿਆ ਕੀਤੀ, ਇੰਗਲੈਂਡ ਪਹੁੰਚਿਆ। ਉਹਨੇ ਜਨਰਲ ਡਾਇਰ ਦੇ ਨਾਲ ਗੋਲਫ ਕਾਰਟ ਚਲਾਈ, ਉਹਦਾ ਇੱਕ ਸਿਪਾਹੀ ਬਣ ਕੇ, ਉਹਦਾ ਇੱਕ ਨੌਕਰ ਬਣ ਕੇ ਉਹਦੇ ਨਾਲ ਕਈ ਦੇਰ ਰਿਹਾ। ਉਹਦੇ ਕੋਲ ਮੌਕਾ ਸੀਗਾ ਕਿ ਉਹਨੂੰ ਉਦੋਂ ਮਾਰ ਦਿੰਦਾ। ਜੇ ਹੁਣ ਉਹੀ ਸੋਸ਼ਲ ਮੀਡੀਆ ਵਾਲੇ ਯੋਧੇ ਹੁੰਦੇ ਤਾਂ ਉਹਨਾਂ ਨੇ ਕਹਿਣਾ ਸੀ ਇਹ ਤਾਂ ਗੱਦਾਰ ਹੈ, ਵੀ ਤੂੰ ਪ੍ਰਣ ਕਰਕੇ ਵੀ ਉਹਨੂੰ ਨਹੀਂ ਮਾਰ ਸਕਿਆ। ਪਰ ਉਹਨੇ ਨੀਤੀ ਇਹ ਘੜੀ ਕਿ ਜੇ ਮੈਂ ਉਹਨੂੰ ਉਦੋਂ ਮਾਰ ਦਿੰਦਾ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਸੀਗਾ ਕਿਸੇ ਨੌਕਰ ਨੇ ਕਿਸੇ ਮਾਲਕ ਨੂੰ ਮਾਰਤਾ। ਪਰ ਉਹਨੇ ਇੱਕ ਉਹ ਥਾਂ ਚੁਣਿਆ ਜਿੱਥੇ ਉਹਨੇ ਸਪੀਚ ਦੇਣ ਜਾਣਾ ਸੀ। ਉਸ ਸਪੀਚ ਦੇਣ ਦੇ ਵਿੱਚ ਜਿੱਥੇ ਸਾਰਾ ਮੀਡੀਆ ਕਵਰ ਕਰਨਾ ਸੀ, ਜਿੱਥੇ ਸਾਰੇ ਵੱਡੇ ਵੱਡੇ ਅਫਸਰ ਉੱਥੇ ਇਕੱਠੇ ਹੋਏ ਸੀ, ਉਹਨੇ ਇੱਕ ਕਿਤਾਬ ਲਈ, ਕਿਤਾਬ ਨੂੰ ਵਿੱਚੋਂ ਕੱਟਿਆ, ਉਹਨੇ ਇੱਕ ਵਿੱਚ ਪਿਸਤੌਲ ਰੱਖੀ। ਜਦੋਂ ਉਹ ਅੰਦਰ ਐਂਟਰ ਹੋਇਆ ਉਹਨੇ ਕਿਹਾ ਤੇਰੇ ਹੱਥ 'ਚ ਕੀ ਆ? ਉਹ ਕਹਿੰਦਾ ਵੀ ਮੇਰੇ ਕੋਲ ਇੱਕ ਕਿਤਾਬ ਹੈਗੀ ਆ। ਬਸ ਕਿਤਾਬ ਜਦੋਂ ਕਿਸੇ ਨੇ ਫਰੋੜੀ ਨਹੀਂ, ਕਿਉਂਕਿ ਕਿਤਾਬ ਦੇ ਵਿੱਚ ਉਹਨੇ ਵਿੱਚੋਂ ਕੱਟ ਕੇ ਉਹਨਾਂ ਨੇ ਪਿਸਟਲ ਪਾਈ ਸੀ। ਉਹ ਅੰਦਰ ਗਿਆ। ਉਸ ਬੰਦੇ ਨੂੰ ਜਿਹਨੂੰ ਉਹ ਕੁਛ ਟਾਈਮ ਪਹਿਲਾਂ ਵੀ ਮਾਰ ਸਕਦਾ ਸੀ, ਪਰ ਉਹਨੇ ਮੀਡੀਆ ਦੇ ਸਾਹਮਣੇ, ਅਫਸਰਾਂ ਦੇ ਸਾਹਮਣੇ ਉਹਨੂੰ ਗੋਲੀ ਮਾਰੀ। ਇਹ ਇੱਕ ਯੁੱਧ ਨੀਤੀ ਦਾ, ਇੱਕ ਬਹੁਤ ਤਕੜੀ ਨੀਤੀ ਦਾ ਇੱਕ ਤੁਹਾਡਾ ਸਾਧਨ ਹੈ ਕਿ ਜਿਹੜਾ ਤੁਹਾਨੂੰ ਕੁਝ ਸਮੇਂ ਬਾਅਦ ਸਮਝ ਆਉਂਦਾ ਜਾ ਕੇ ਕਿ ਤੁਸੀਂ ਆਪਣੀ ਪ੍ਰਾਪਤੀ ਵੇਲੇ ਕੀ ਤੁਸੀਂ ਹਾਸਲ ਕਰਨਾ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਝਾੜੀਆਂ ਦੇ ਕੋਲ ਬੈਠੇ ਨੇ। ਉਹਨਾਂ ਦੇ ਕੋਲੋਂ ਸਿਪਾਹੀ ਨਿਕਲਦੇ ਨੇ, ਕੁਛ ਕਹਿੰਦੇ ਨੇ ਵੀ ਅਸੀਂ ਤਾਂ ਸਿੱਖ ਮਾਰਤੇ ਸਾਰੇ, ਵੀ ਪਿੱਛੋਂ ਐਲਾਨ ਹੋ ਗਿਆ ਪਿੱਛੋਂ ਫੌਜਦਾਰ ਦਾ ਵੀ ਸਿੱਖ ਸਾਰੇ ਮਾਰਤੇ ਨੇ। ਹੁਣ ਉਦੋਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਕੋਲ ਹਮੇਸ਼ਾ ਸਲੋਤਰ ਹੁੰਦਾ ਸੀ, ਬਾਬਾ ਗਰਜਾ ਸਿੰਘ ਕੋਲ ਸ਼ਮਸ਼ੀਰ ਹੁੰਦੀ ਸੀ। ਉਹ ਉਦੋਂ ਹੀ ਚਾਹੁੰਦੇ ਤਾਂ ਉਹਨਾਂ ਦਾ ਸਿਰ ਲਾ ਸਕਦੇ ਸੀ, ਵੀ ਅਸੀਂ ਤੁਹਾਨੂੰ ਦੱਸ ਦਈਏ ਵੀ ਅਸੀਂ ਤਾਂ ਜੀਂਦੇ ਹਾਂ। ਪਰ ਉਹਨਾਂ ਨੇ ਨੀਤੀ ਘੜੀ ਕਿ ਇੱਦਾਂ ਦੋ ਬੰਦਿਆਂ ਨੂੰ ਮਾਰਨ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਦੋ ਬੰਦਿਆਂ ਨੂੰ ਜੇ ਦੋ ਫੌਜੀ ਅਸੀਂ ਮਾਰਦੇ ਤੇ ਉਹਦੇ ਨਾਲ ਕਿਸੇ ਨੂੰ ਪਤਾ ਨਹੀਂ ਲੱਗਣਾ ਸਿੱਖਾਂ ਨੇ ਕੁਛ ਸਿੱਖ ਜੀਂਦਾ ਨੇ। ਉਹਨਾਂ ਨੇ ਨੀਤੀ ਘੜੀ, ਸਮਾਂ ਕੱਢ ਕੇ ਉਹਨਾਂ ਨੇ ਇੱਕ ਜਿਹੜਾ ਰਸਤਾ ਜਾਂਦਾ ਸੀਗਾ, ਜਿਹੜਾ ਹਾਈਵੇ ਸੀਗਾ ਜਿਹਦੇ ਤੋਂ ਸਾਰੇ ਕਾਰਗੋ, ਜਿਹੜੇ ਗੱਡੇ, ਸਾਈਕਲ ਸਾਰਾ ਜਾਂਦਾ ਸੀ ਸਮਾਨ, ਉੱਥੇ ਆਪਣਾ ਉਹਨਾਂ ਨੇ ਚੁੰਗੀ ਲਾ ਦਿੱਤੀ। ਹੁਣ ਦੇਖੋ ਇਹ ਨੀਤੀ ਦਾ ਹਿੱਸਾ ਹੈ ਕਿ ਅਸੀਂ ਦਰਬਾਰ ਤੱਕ, ਜਿਹੜੀ ਉਹਨੇ ਮੁਗਲ ਸਰਕਾਰ ਤੱਕ ਅਸੀਂ ਕਿੱਦਾਂ ਉਹ ਸੁਨੇਹਾ ਭੇਜਣਾ। ਉਹ ਸੁਨੇਹਾ ਭੇਜਣ ਵਾਸਤੇ ਉਹਨਾਂ ਨੇ ਚੁੰਗੀ ਲਾਈ। ਜਿਹੜਾ ਸਾਈਕਲ ਤੇ ਜਾਂਦਾ ਸੀ ਉਹਨੂੰ ਟਕਾ ਲਾਇਆ, ਜਿਹੜਾ ਗੱਡੇ ਤੇ ਜਾਂਦਾ ਸੀ ਉਹਨੂੰ ਹੋਰ ਪੈਸੇ ਲਾਏ। ਉਸ ਤੋਂ ਬਾਅਦ ਉਹ ਜਿਹੜੀ ਖਬਰ ਦਰਬਾਰ ਤੱਕ ਪਹੁੰਚੀ ਵੀ ਇਹ ਕੌਣ ਨੇ, ਉਹਨਾਂ ਨੇ ਕਿਹਾ, ਉਹਨਾਂ ਨੇ ਲਿਖਿਆ ਸੀ ਆ ਤੂੰ ਆਖੀ ਭਾਬੀ ਖਾਨ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਸੋ ਜਿਹੜਾ ਬੀਬੀ ਖਾਨੋ ਸੀ ਉਹ ਉੱਥੋਂ ਦੇ ਵਜ਼ੀਰ ਦੀ ਜਿਹੜੀ ਘਰ ਵਾਲੀ ਹੁੰਦੀ ਸੀਗੀ, ਉਹ ਬਾਬਾ ਬੋਤਾ ਸਿੰਘ ਦੇ ਪਿੰਡ ਤੋਂ ਸੀ। ਸੋ ਉਹਨਾਂ ਨੇ ਦਰਬਾਰ ਦੇ ਵਿੱਚ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਭਾਈ ਇਹ ਸਾਡਾ ਸੁਨੇਹਾ ਦੇ ਦਿਓ ਜਾ ਕੇ ਵੀ ਸਿੱਖ ਹਾਲੇ ਜੀਂਦਾ ਨੇ। ਫੌਜ ਆਈ ਹੈ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੇ ਬੜੀ ਚੜ੍ਹਾਈ ਨਾਲ, ਦੇਖੋ ਮੌਤ ਸਾਹਮਣੇ ਹੈ, ਉਹਨਾਂ ਨੂੰ ਪਤਾ ਸੀ ਮਰਨਾ, ਨਹੀਂ ਤਾਂ ਦੋ ਫੌਜੀਆਂ ਨੂੰ ਮਾਰ ਕੇ ਤੇ ਆਪਣਾ ਪਾਸੇ ਹੋ ਕੇ ਕਿਤੇ ਫਿਰ ਨਿਕਲ ਜਾਂਦੇ। ਪਰ ਦੇਖੋ ਮੌਤ ਨਾਲ ਕਿੱਦਾਂ ਗਲਵਕੜੀ ਸੂਰਮੇ ਪਾਉਂਦੇ ਨੇ। ਉਹ ਯੁੱਧ ਨੀਤੀ ਜਿਹੜੀ ਆ ਉਹ ਬੱਚਿਆਂ ਨੂੰ ਅੱਜ ਸਿੱਖਣ ਦੀ ਲੋੜ ਹੈ। ਉਹ ਨਹੀਂ ਤਾਂ ਫਿਰ ਅੱਜ ਸੋਸ਼ਲ ਮੀਡੀਆ ਦੇ ਜਿਹੜੇ ਯੋਧੇ ਸੀ ਉਹਨਾਂ ਨੇ ਕਹਿਣਾ ਸੀ ਉਹ ਬਈ ਤੁਸੀਂ ਤਾਂ ਗੱਦਾਰ ਨਿਕਲੇ, ਤੁਹਾਨੂੰ ਜਦੋਂ ਕਿਹਾ ਗਿਆ ਸੀ ਵੀ ਸਿੱਖ ਜੀ ਮਰ ਗਏ, ਸਾਰੇ ਖਤਮ ਹੋ ਗਏ, ਵੀ ਤੁਸੀਂ ਉਦੋਂ ਹੀ ਕਿਉਂ ਨਹੀਂ ਸੌਦਾ ਲਾਇਆ। ਸੋ ਜਿਹੜੀ ਇਹ ਨੀਤੀਆਂ ਨੇ, ਇਹ ਜਿਹੜੀਆਂ ਯੁੱਧ ਨੀਤੀਆਂ ਨੇ, ਇਹਨਾਂ ਨੂੰ ਸਿੱਖਣਾ
बहुत जरूरी है। वो वास्ते तुहानूं अपना इतिहास, अपने योद्धियां का इतिहास पढ़ना बहुत ज़रूरी है। सो आप अज की अपनी अगली साथी शुरू करिए। ये वास्ते तुहानूं अपनियां बिरतियां सन 1947 तो पिछे लैके जानियां पैणियां ने। सानूं पता कईयां दे मनां दे विच अज वो भारत वास्ते उन्ना प्यार नहीं है, इंडिया वास्ते उन्ना प्यार नहीं है, पर सोचो कि असीं इस वेले 1896, 1900, 1912, 13, 14, 15 दे विच असीं इस वेले रह रहे हैं। ये 1947 का समा जो अंग्रेज़ों ने भारत को अपने कब्जे च रखा। ईस्ट इंडिया कंपनी आई, उन्होंने अपने सारा मुल्क जिहड़ा 1608 ईस्ट इंडिया कंपनी आई, 1757 तक जी प्लासी का युद्ध होया, उदों तक सारा भारत कब्जे में हो गया से। पंजाब नहीं, पंजाब उतों लगभग 92 साल तक पंजाब फिर आज़ाद रहा, क्योंकि उत्थे खालसा राज सी, उत्थे महाराजा रणजीत सिंह का राज सी, उत्थे बाबा अकाली फूला सिंह सी, उत्थे जस्सा सिंह रामगढ़िया सी, उत्थे इन्ने तकड़े योद्धे सी, अकाली बाबा फूला सिंह सी, और इन्ने तकड़े योद्धे उन्होंने वस नहीं सी अंग्रेज़ों की कि उस थां नूं किते वो एंटर भी कर सकन पंजाब दे विच। 1849 दे विच जदों महाराजा रणजीत सिंह की डैथ होंदी है, जदों उन्होंने मौत होंदी है, उस तो बाद किते जाके अंग्रेज़ जिहड़े ने कब्जा कर सकते हैं पंजाब ते। पर उन्होंने योद्धियां करके पंजाब बहुत देर तक कब्जे च नहीं आया। उस तो बाद जो कब्जे च आया, फिर सारे भारत के विचों वखरे वखरे जिहड़े रेवोल्यूशनरी सी वो उठे, किते बंगालियां विचों उठे, किते साउथ दे विचों उठे, पर पंजाब के योद्धियां दीयां कहानियां बड़ियां तकड़ियां हैं। उन्हां चों एक योद्धा है शहीद करतार सिंह सराभा। असीं इहनूं भुल्ले होए हां, असीं इह चीज़ नूं पूरी तरह महसूस कर सकते हैं कि वड्डियां नूं शायद इन्हां दा नाम पता होगा, क्योंकि कितों ना कितों इन्हां ने पंजाबी पढ़ी है, तो किते ना किते इन्हां नूं नाम चेता, पर साडी आने वाली पीढ़ी नूं जिहड़ा नाम इन्हां दा बिल्कुल भी चेता नहीं है। 2.5 साल दे विच इन्हां ने अपने जिहड़ी युद्ध नीतियां अंदर जिहड़ी मेहनत करके जिहड़ा रेवोल्यूशन पैदा किया, जो किया, उन्होंने असीं इत्थों दियां सरकारां जदों करतार सिंह सराभे नूं फांसी हुंदी है, उस तो पहला जज ने जजमेंट की है, क्योंकि उस वेले 24 बंदे नूं फांसी की सज़ा हुई, उहदे विचों बहुतियां नूं सज़ा माफ हो गई। करतार सिंह सराभे की सब तो छोटी उम्र सी 19.5 साल। एक बेंच जिहड़ा एडवोकेट का उन्होंने अपील की कि भी भाई एडी छोटी उम्र के बच्चे नूं भी तुसीं फांसी ना दिओ। जज कहता ठीक है, जो माफ़ी मंग लवे तो असीं उहनूं छड्ड देंगे, कोई गल नहीं। पर जदों उन्हें स्टडी की उस जज ने, वो कहता 2.5 सालों के विच पिछला जिहड़ी गदर पार्टी ने जिहड़ी गदर लहर चलाई है, उहदे विच जिथे जिथे भी कोई कांड होया, जिथे जिथे भी केस रजिस्टर होया, वो भावें जापान सी, वो भावें वैनकूवर सी, वो भावें सैन फ्रांसिस्को सी, वो भावें बर्कली सी, वो भावें ऑरिगन सी, ये सारिया स्टेटां दे विचरदा विचरदा कहता जिथे जिथे भी कोई गदर लहर के नाल कोई ईवेंट होया, उत्थे करतार सिंह सराभे का नाम है। इन्नी छोटी उम्र दे विच, इन्नी छोटी उम्र दे विच उहने वो कार्ज किया जिहड़ा कि गदर पार्टी के प्रधान बाबा सोहन सिंह भकना उन्होंने लिखिया, मेरा जरनैल करतार सिंह सराभा, जिहड़ा उस पार्टी का प्रधान होवे, जिहड़ी पार्टी ने जाके गदर किया होवे, 20,000 के करीब गदरी बाबियां ने स्टॉकटन की धरती तो, वैनकूवर तो, ऑरिगन तो, सियाटल तो, सैन फ्रांसिस्को तो, बर्कली तो, जिन्हां दियां अपनियां जायदादां सीगियां वो वेच के वापस गए ने। हो सारा पैसा उत्थे भेजिया, पर कुछ गदारां दी कारस्तानी करके बहुते वो उत्थे उतरदे आए फड़े गए, काले पानी की सज़ा हुई, जिन्होंने फांसियां दी सज़ा हुई, जेल कैदां कीतियां। उन्हां विच बाबा सोहन सिंह भकना जिहड़े गदर पार्टी के जिहड़े प्रधान सी, उन्होंने लिखिया सी भी ये मेरा जरनैल जिन्हें सारी गदर पार्टी की गदर लहर की जिहड़े मुੱਢ बन्निया, कहता सारी घाट ही इहदी सी। असीं कहंदे बजुर्ग मतलब बड़ी देर तो असीं मुशक्कत कर रहे सी, पर जिद्दन करतार सिंह सराभा साडे विच शामिल होया,
कहता गदर लहर की जिहड़ी मुढ़ वो बदल गई, जिहड़ी उहदी नीति बदल गई। सो असी माड़ी जी एक गल ऐड करना चाहते, अज असी पंजाब जिहड़ा है वो इस करके नहीं जाना चाहते बहुते बच्चे कि वो गंदा है, कहने है ना कि उत्थे गंदा है, उत्थे गर्मी बड़ी है, उत्थे मच्छर बड़े ने, उत्थे मक्खियां बड़ियां ने। ये हैगा है ना, हैगा कि नहीं? तुसी सोच के देखो, जिन्ना जिन्ना दा खालसा जी ने हुणे नाम लिया, करतार सिंह सराभा वो इत्थे सैन फ्रांसिस इत्थे कैलीफोर्निया च ही रहिंदे सी। बाबा सोहण सिंह भकना जिहड़ा अमरीका दे विच सब तो पुरातन गुरु घर है स्टॉकटन गदरी बाबियां दा गुरुद्वारा साहिब है जिहड़ा वो उन्होंने ही बनाया सी, सारियां ने रल के अपनियां जायदादां आप जी दे माता पिता वांगू इत्थे वैल सैटल्ड सी, बिजनेस सी उन्हां दे, काम करदे सी, पर अपना सारा कुछ बेच के सारा कुछ छड्ड के पंजाब नूं वापस गए। तो तुसी सिर्फ इस करके नहीं जाते कि उत्थे मच्छर ने, मच्छर तो इन्नी ज़्यादा जी सूई जी चबाउंदा है, उत्थे जांदे उन्होंने काले पानी दीयां सजावां होईयां, कई कई साल भुखे रहे, हनेरियां कोठड़ियां च कैद कर छड्डिया, उन्होंने बंद कर छड्डिया, कई कई दिन रोटियां नहीं मिलियां, उत्थे सामने जांदियां नूं अगे गोलियां चलदियां सी, तोप ला के आउंदे ही जिहड़ा छातियां पाड़ दिंदे सी, ते फिर भी वो सारा कुछ बेच के गए। तो थोड़ा जिहा असीं अपने अल झात मारीए कि असीं सोचिया है कि असीं पंजाब जिहड़ी धरती तो आए हाँ उत्थे कदी सेवा करन वापस जाना, असीं चंगे डॉक्टर बन के ही सही, अज तो गोली भी नहीं चलती, ना तोपां ने ना सजावां हुंदियां ने, असीं डॉक्टर बन के जाना, असीं कोई समाज सेवी बन के जाना, असीं कोई बड़े बड़े रिसर्चर बन के जाना, असीं पानियां दी संभाल कोई जिहड़ा है एग्रीकल्चर दी किसी चीज़ दी बन के जाना। सोचिया कि बच्चे ने कि बच्चे का यह ड्रीम है? किसी का भी नहीं। इत्थे ही ठीक है, टाको टुको खावांगे, पीजे पूजे खावांगे, बस डन काम। साडा जिहड़े साडे खून अंदर आप जी की जिहड़ी ब्लड लाइन है ना पुत, वो वॉरियरिज्म दी है, उहदे च वॉरियर है, तुसीं इहदे तो बच नहीं सकते। किन्ने दिन पीजिया दे रजाए रहोगे, जिस दिन पछाण आएगी वो जिहड़ा ब्लड है उन्हें अबाला खाना ही खाना, तुसीं रुक नहीं सकते। तुहाडा जिहड़ा ब्लड है, तुहाडा जिहड़ा खून है, वो योद्धियां तो आ रहा है, तुसीं रोक नहीं सकते, जो मर्जी कर लो, किन्ना जिन्ना मर्जी उलझा लो। इस करके जे लेट समझ आई तुहानू ते उदों की होना है, उदों तुहाडे को स्किल नहीं होने, क्योंकि तुसीं तैयारी नहीं की, तुहाडे को तैयारी नहीं होने, फिर तुसीं कोशिश पूरी करनी है, रौला पूरा पाना है, तुसीं धरने भी लाओगे एम्बैसियां के सामने, तुसीं जकारे भी छड्डोगे, पर करनू कुछ नहीं होना, क्योंकि स्किल नहीं हैगे, तैयारी नहीं हैगी। पर जे वापस जाना है, वो अबाड़ा मराउना ही है, तो क्यों ना हुण तो तैयारी करिए। समझ आ रही बात कि नहीं? इस करके अपना प्रोफैशन वो चुनियो जिहदे च गुरु की कौम की सेवा कर सको, गुरु के रंगां की सेवा कर सको। तुसीं हुणे प्लान करो कि मैं आखिरी उम्र तक करना की है, ठीक है? समझ आई कि नहीं? जे प्रण करते हो तो चलो जकारा छड्ड के प्रण करते हैं कि कोशिश करांगे, क्योंकि उदां तुसीं भुल जाना। जकारा छड्डिए, चलो तुसीं छड्डो भला, वेखिए नाले किन्नी उच्ची बोलदे हो ते कौन कौन छड्डदा है। चलो धन्यवाद। आ गुरु पिता जी के इस प्रोमिस नूं भाग लो, आ खालसा जी को वापस आ। धन्यवाद खालसा जी। सो आप अपनी साखी में कंटिन्यू करिए। शहीद करतार सिंह सराभा, जिदा खालसा जी ने दसिया सी पहला बोलते कि उन्होंने कुछ मित्र सी जिन्होंने COME काम उन्होंने लगता सी भी ये 4 अखर ने, तो भी इन्होंने हिसाब नाल असीं अपनी इंग्लिश की जिहड़ी इंप्रूवमेंट वो नहीं सी, क्योंकि वो अपनी उन्होंने थावां तो आए थे जिथे उन्होंने बाली अंग्रेजी नहीं सी आउंदी। पर शहीद करतार सिंह सराभा जदों अपनी पढ़ाई पूरी की, उन्हें बर्कली यूनिवर्सिटी में कैमिस्ट्री की डिग्री पूरी करने वास्ते उन्हें दाखला लिया।
ਜਦੋਂ ਉਹ ਪਹਿਲੀ ਵਾਰ ਸੈਨ ਫਰਾਂਸਿਸਕੋ ਪਹੁੰਚਿਆ, ਸੈਨ ਫਰਾਂਸਿਸਕੋ ਦੇ ਵਿੱਚ ਜਿੱਦਾਂ ਨਾਰਮਲ ਫਲਾਈਟਸ ਆਉਂਦੀਆਂ ਸੀਗੀਆਂ, ਉਹ ਸੈਨ ਫਰਾਂਸਿਸਕੋ 에ਅਰਪੋਰਟ 'ਤੇ ਉਤਰਦੀਆਂ ਸੀ। ਨਾਰਮਲ ਇਮੀਗ੍ਰੇਸ਼ਨ ਦੇ ਵਿੱਚ ਸਾਰਿਆਂ ਨੂੰ ਐਂਟਰ ਕਰਾ ਦਿੱਤਾ ਜਾਂਦਾ ਸੀ। ਪਰ ਜਦੋਂ ਇੰਡੀਆ ਤੋਂ ਕੋਈ ਵੀ, ਕਿਉਂਕਿ ਉਹ ਕੰਟਰੀ ਉਹ ਸੀ ਜਿੱਥੇ ਬ੍ਰਿਟਿਸ਼ ਰਾਜ ਸੀ, ਤੇ ਇੱਥੋਂ ਬ੍ਰਿਟਿਸ਼ ਅਮਰੀਕਾ ਤੋਂ ਵਾਪਸ ਗਏ ਸੀ 1776 ਤੇ। ਜੇ ਤੁਹਾਨੂੰ ਪਤਾ ਹੋਵੇ, ਤੁਸੀਂ 4 ਜੁਲਾਈ ਇੰਡੀਪੈਂਡੈਂਸ ਡੇ ਮਨਾਉਂਦੇ ਹੋ, ਸਾਰਿਆਂ ਨੂੰ ਪਤਾ ਅਮਰੀਕਾ ਦਾ ਜਿਹੜੀ ਇੰਡੀਪੈਂਡੈਂਸ 1776 ਦੇ ਵਿੱਚ ਹੋਈ ਸੀ, ਉਦੋਂ ਅੰਗਰੇਜ਼ ਇੱਥੋਂ ਛੱਡ ਕੇ ਗਏ ਸੀਗੇ। ਪਰ ਅਮਰੀਕਾ ਵਾਲਿਆਂ ਨੇ ਉਹਨਾਂ ਕੰਟਰੀਆਂ ਦੇ ਵਿੱਚੋਂ ਜਿੱਥੇ ਬ੍ਰਿਟਿਸ਼ ਦਾ ਰਾਜ ਹੁੰਦਾ ਸੀ, ਜਦੋਂ ਉੱਥੋਂ ਕੋਈ ਵੀ ਫਲਾਈਟ ਇੱਥੇ ਉਤਰਦੀ ਸੀ, ਉਹ ਐਂਜਲ ਆਈਲੈਂਡ ਦੇ ਉੱਤੇ ਉਤਾਰਦੇ ਸੀ। ਉਹਨਾਂ ਦੀ ਸਪੈਸ਼ਲ ਇਮੀਗ੍ਰੇਸ਼ਨ ਹੁੰਦੀ ਸੀ। ਜਿਹੜਾ ਲਾਹੌਰ ਕੌਂਸਪੀਰੇਸੀ ਕੇਸ 1 ਜਿਹੜਾ ਹੈਗਾ, ਉਹਦੀ ਤੁਸੀਂ ਕੇਸ ਸਟੱਡੀ ਕਰਕੇ ਦੇਖੋ। ਉਹਦੇ ਵਿੱਚ ਜਿਹੜੀ ਉਹ ਤੁਹਾਨੂੰ ਲਾਸਟ ਵਾਲੀ ਫੋਟੋ ਤੁਹਾਨੂੰ ਦਿਖੂਗੀ, ਉਹ ਕਰਤਾਰ ਸਿੰਘ ਸਰਾਭੇ ਦੀ ਟਰਾਂਸਕ੍ਰਿਪਟ ਹੈ, ਉਹ ਜਿਹੜੀ ਉਹਦੀ ਇਮੀਗ੍ਰੇਸ਼ਨ ਆਫਿਸਰ ਨਾਲ ਗੱਲਬਾਤ ਹੋਈ ਹੈ, ਉਹ ਪੂਰੀ ਨੋਟਡ ਆ। ਔਰ ਸੈਨ ਫਰਾਂਸਿਸਕੋ ਦੀਆਂ ਯੂਨੀਵਰਸਿਟੀ ਮੇਨ ਲਾਇਬ੍ਰੇਰੀਜ਼ ਦੇ ਵਿੱਚ ਇਹਦਾ ਪੂਰਾ ਰੈਕਡ ਪਿਆ। ਇਹ ਉੱਥੋਂ ਹੀ ਕੱਢਿਆ ਗਿਆ ਰੈਕਡ ਹੈ। ਜਦੋਂ ਉਹਦੀ ਗੱਲਬਾਤ ਹੁੰਦੀ ਹੈ, ਉਹਨੇ ਬੜੀ ਇੰਗਲਿਸ਼ ਦੇ ਵਿੱਚ ਬੜੀ ਧੜੱਲੇਦਾਰ ਉਹਨੇ ਗੱਲਬਾਤ ਕੀਤੀ ਹੈ। ਪੂਰੀ ਟਰਾਂਸਕ੍ਰਿਪਟ ਦੇ ਵਿੱਚ ਉਹਨੇ ਮਤਲਬ ਇਮੀਗ੍ਰੇਸ਼ਨ ਆਫਿਸਰ ਦਾ ਪੂਰਾ ਪੈਨਲ ਸੀ, 4 ਬੰਦਿਆਂ ਦਾ, ਉਹਨਾਂ ਨੂੰ ਕਨਵਿੰਸ ਕੀਤਾ। ਉਹਨੇ ਪੁੱਛਿਆ ਵੀ ਤੇਰੇ ਕੋਲ ਕਿੰਨਾ ਪੈਸਾ ਹੋਊਗਾ, ਨੇ ਇੰਗਲਿਸ਼ ਜੌਬ ਦਿੱਤਾ, ਸਭ ਕੁਝ। ਉਹਨੂੰ ਉਹਦੀ ਐਡਮਿਸ਼ਨ ਮਿਲੀ ਬਰਕਲੀ ਯੂਨੀਵਰਸਿਟੀ ਦੇ ਵਿੱਚ। ਉਹਨੇ ਜਿੱਦਾਂ ਕੈਮਿਸਟਰੀ ਦੇ ਵਿੱਚ ਦਾਖਲਾ ਲਿਆ। ਫਿਰ ਉਸ ਤੋਂ ਬਾਅਦ ਉਹ ਸੈਨ ਫਰਾਂਸਿਸਕੋ ਦੇ ਵਿੱਚ ਘਰਾਂ ਦੀਆਂ ਫੋਟੋਆਂ ਅਸੀਂ ਆਪ ਖਿੱਚੀਆਂ ਨੇ, ਸੈਨ ਫਰਾਂਸਿਸਕੋ ਦੀਆਂ ਗਲੀਆਂ ਦੀਆਂ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਰਹਿੰਦਾ ਰਿਹਾ। ਜਿਹੜੀ ਲਾਸਟ ਫੋਟੋ ਹੈਗੀ ਉਹ ਬਰਕਲੀ ਯੂਨੀਵਰਸਿਟੀ ਦੀ ਹੈਗੀ ਆ। ਪਰ ਚਲੋ ਅਸੀਂ ਜਿਹੜੀ ਮੇਨ ਕਰਤਾਰ ਸਿੰਘ ਸਰਾਭੇ ਦੀ ਜਿਹੜੀ ਮੇਨ ਭੂਮਿਕਾ ਜਿਹੜੀ ਜੀਵਨੀ ਦੇ ਉੱਤੇ ਆਉਣਾ, ਕਿ ਉਹਨੇ ਆਪਣੀ ਜਿਹੜੀ ਗਦਰ ਲਹਿਰ ਦੇ ਵਿੱਚ ਕਿੱਦਾਂ ਸ਼ਾਮਲ ਹੋਇਆ। ਗਦਰ ਪਾਰਟੀ ਦੀ ਜਿਹੜੀ ਸਥਾਪਨਾ ਹੋਈ, ਜਿਹੜੇ ਕੁਝ ਸਿੱਖ ਵੈਨਕੂਵਰ ਤੋਂ ਭਾਈ ਤੇਜਾ ਸਿੰਘ, ਭਾਈ ਗੁਰਦਿੱਤ ਸਿੰਘ ਜਾਪਾਨ ਤੋਂ, ਫਿਰ ਇੱਥੋਂ ਸਟਾਕਟਨ ਤੋਂ ਗਦਰੀ ਬਾਬੇ ਬਾਬਾ ਸੋਹਣ ਸਿੰਘ ਭਕਣਾ, ਇਹ ਸਾਰੇ ਪਹਿਲਾਂ ਹੀ ਬਹੁਤ ਤਿਆਰੀ ਦੇ ਵਿੱਚ ਸੀ। ਬੜੀ ਇਹਨਾਂ ਨੂੰ ਸੀ ਕਿ ਪੰਜਾਬ ਵਾਪਸ ਜਾ ਕੇ ਅਸੀਂ ਕੋਈ ਨਾ ਕੋਈ ਇੱਦਾਂ ਦਾ ਮਾਹੌਲ ਕ੍ਰੀਏਟ ਕਰਨਾ ਤਾਂ ਕਿ ਅਸੀਂ ਭਾਰਤ ਨੂੰ ਅੰਗਰੇਜ਼ਾਂ ਦੇ ਚੰਗੁਲ ਤੋਂ ਛੁਡਾ ਸਕੀਏ। ਹੁਣ ਜਦੋਂ ਗਦਰ ਪਾਰਟੀ ਦੀ ਸਥਾਪਨਾ ਹੋਈ, ਆ ਜਿਹੜੀ ਨਾਲ ਦੀ ਸਟੇਟ ਅਸੀਂ ਟੱਪ ਕੇ ਆਏ ਹਾਂ ਉੱਥੋਂ, ਔਰੇਗਨ ਤੋਂ, ਉਹਦੇ ਵਿੱਚ ਐਸਟੋਰੀਆ ਸ਼ਹਿਰ ਹੈ, ਜਿਹਦੇ ਵਿੱਚ 1913 ਦੇ ਵਿੱਚ ਗਦਰ ਪਾਰਟੀ ਦੀ ਸਥਾਪਨਾ ਹੋਈ। ਬਾਬਾ ਸੋਹਣ ਸਿੰਘ ਭਕਨਾ ਜਿਨ੍ਹਾਂ ਦੇ ਪ੍ਰਧਾਨ ਬਣਾਏ ਗਏ। ਇਹਨਾਂ ਦਾ ਹੁਣ ਮੇਨ ਮਕਸਦ ਕਿ ਹੁਣ ਸਾਡੇ ਕੋਲ ਇਸ ਵੇਲੇ ਸੋਸ਼ਲ ਮੀਡੀਆ, ਅਸੀਂ ਇਸ ਵੇਲੇ ਇੱਕ ਕੋਈ ਨਿਊਜ਼ ਕਿਸੇ ਗਰੁੱਪ 'ਚ ਪਾਈਏ, ਕਈ ਲੱਖਾਂ ਕਰੋੜਾਂ ਥਾਵਾਂ 'ਤੇ ਇੱਕੋ ਮਿੰਟ ਦੇ ਵਿੱਚ ਪਹੁੰਚ ਜਾਂਦੀ ਹੈ। ਪਰ ਉਦੋਂ ਇਹ ਸਾਧਨ ਨਹੀਂ ਸੀ। ਉਦੋਂ ਇਹ ਸਾਧਨ ਨਹੀਂ ਸੀ, ਤੇ ਇਹ ਸਾਧਨ ਕ੍ਰੀਏਟ ਕਰਨ ਵਾਸਤੇ ਮੀਟਿੰਗਾਂ ਸੱਦੀਆਂ ਗਈਆਂ ਵੀ ਕੀ ਕੀਤਾ ਜਾਵੇ। ਵੀ ਮੀਟਿੰਗਾਂ ਕਰੋ, ਉਹ ਤੁਹਾਨੂੰ ਇਸ ਸਟੇਟ ਤੱਕ ਤੁਹਾਡੀਆਂ ਖਬਰਾਂ ਪਹੁੰਚ ਜਾਣਗੀਆਂ, ਪਰ ਪੰਜਾਬ ਤੱਕ ਗਦਰ ਲਹਿਰ ਦੀ ਖਬਰ ਕਿੱਦਾਂ ਪਹੁੰਚਾਈ ਜਾਵੇ ਕਿ ਸਾਡੇ ਮਨਾਂ ਦੇ ਵਿੱਚ ਬੜਾ ਉਬਾਲਾ ਕਿ ਅਸੀਂ ਵਾਪਸ ਆ ਕੇ ਉੱਥੇ ਕੋਈ ਨਾ ਕੋਈ ਇੱਦਾਂ ਦੀ ਚੀਜ਼ ਚਾਹੁੰਦੇ ਹਾਂ ਜਿਹਦੇ ਨਾਲ ਭਾਰਤ ਦੀ ਆਜ਼ਾਦੀ ਕ੍ਰੀਏਟ ਕੀਤੀ ਜਾ ਸਕੇ। ਫਿਰ ਇੱਕ ਗਦਰ ਅਖਬਾਰ ਦੀ ਸਥਾਪਨਾ ਹੋਈ, ਜਿਹਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਮੇਨ, ਜੇ ਤੁਸੀਂ ਕਿਤੇ ਸਟਾਕਟਨ ਗੁਰਦੁਆਰਾ ਸਾਹਿਬ ਗਏ ਹੋ, ਉੱਥੇ ਇੱਕ ਪ੍ਰੈਸ ਪਈ ਹੈ। ਉਹ ਗੁਰਦੁਆਰਾ ਸਾਹਿਬ ਨੇ ਉਹ ਪ੍ਰੈਸ ਬੜੇ ਮੁਸ਼ਕਲ ਨਾਲ ਉਹ ਬਾਏ ਕੀਤੀ ਹੈ। ਉਹ ਪ੍ਰੈਸ ਉਹ ਹੈ ਜਿਹੜੀ ਗਦਰ ਪਾਰਟੀ ਦੀ ਪ੍ਰੈਸ ਹੁੰਦੀ ਸੀ, ਜਿਹਦੇ ਤੇ ਮੈਨੂਅਲੀ ਇੱਕ ਵਾਰੀ ਇੱਕ ਪੇਜ ਨੂੰ ਪ੍ਰਿੰਟ ਕਰਨ ਵਾਸਤੇ ਪਹਿਲਾਂ ਉਹਨੂੰ ਸਾਈਕਲੋਸਟਾਈਲ ਕੀਤਾ ਜਾਂਦਾ, ਪਹਿਲਾਂ ਉਹਨੂੰ ਹੱਥ ਨਾਲ ਲਿਖਿਆ ਜਾਂਦਾ ਸੀ। ਜੇ ਤੁਸੀਂ ਆਹ ਪੰਜਾਬੀ ਦੀ ਜਿਹੜੀ ਸੈਂਟਰ ਵਾਲੀ ਅਖਬਾਰ ਤੁਸੀਂ ਦੇਖੋ, ਇੱਦਾਂ ਪਹਿਲਾਂ ਉਹਨੂੰ ਹੱਥ ਨਾਲ ਉਹ ਲਿਖਦਾ ਸੀ। ਉਰਦੂ ਦੇ ਵਿੱਚ ਵੀ ਅਖਬਾਰ ਛਪਦੀ ਸੀਗੀ, ਪੰਜਾਬੀ ਦੇ ਵਿੱਚ ਵੀ, ਬੰਗਾਲੀ ਦੇ ਵਿੱਚ ਵੀ, ਹਿੰਦੀ 'ਚ ਵੀ, ਫਾਰਸੀ 'ਚ ਨਹੀਂ, ਸ਼ਾਹਮੁਖੀ ਦੇ ਵਿੱਚ ਵੀ, ਇਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਅਖਬਾਰ ਛਪਦੀ ਸੀ। ਤੇ ਇਹ ਸਾਰਾ ਕਾਰਜ ਕਰਤਾਰ ਸਿੰਘ ਸਰਾਭੇ ਦੇ ਅੰਡਰ ਹੁੰਦਾ ਸੀ। ਕਰਤਾਰ ਸਿੰਘ ਸਰਾਭਾ ਇੰਨਾ ਮਿਹਨਤੀ ਸੀ, ਉਹ ਮਿਹਨਤ ਦੇ ਨਾਲ ਨਾਲ ਬਹੁਤ ਤਕੜਾ ਕਵੀ ਸੀ। ਉਹਦੀਆਂ ਕਵਿਤਾਵਾਂ ਜਦੋਂ ਇਨਕਲਾਬ ਲਿਆਉਣ ਵਾਸਤੇ, ਰੈਵੋਲੂਸ਼ਨ ਲਿਆਉਣ ਵਾਸਤੇ, ਉਹਨਾਂ ਨੇ ਗਦਰ ਅਖਬਾਰ ਦੇ ਨਾਲ ਨਾਲ, ਕਿਉਂਕਿ ਗਦਰ ਅਖਬਾਰ ਦੇ ਵਿੱਚ ਨਿਊਜ਼ ਪੁੱਜਦੀ ਸੀ, ਉਹਨਾਂ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੀ ਸ਼ਾਤਰ ਦਿਮਾਗ ਹੁੰਦੇ ਸੀ ਕਿ ਇੱਥੋਂ ਉਹਨਾਂ ਨੇ ਪਤਾ ਕਰਨਾ ਕਿ ਬੰਬ ਕਿੱਦਾਂ ਬਣਾਉਣਾ। ਨਿਊਜ਼ਪੇਪਰ ਦੇ ਵਿੱਚ ਪੂਰਾ ਆਰਟੀਕਲ ਬਣਾਉਣਾ ਵੀ ਬੰਬ ਕਿੱਦਾਂ ਬਣਾਉਣਾ, ਉਹਨਾਂ ਨੂੰ ਕਈ ਤਰੀਕਿਆਂ ਨਾਲ ਪੰਜਾਬ ਦੇ ਵਿੱਚ ਭੇਜਣਾ ਤਾਂ ਕਿ ਪੰਜਾਬ ਵਾਲੇ ਜਿਹੜੀ ਅਸੀਂ ਗਦਰ ਲਹਿਰ ਤਿਆਰ ਕਰਨੀ ਉਹਦੇ ਵਾਸਤੇ ਪਹਿਲਾਂ ਪ੍ਰਪੇਅਰ ਹੋਣ ਇਸ ਚੀਜ਼ ਵਾਸਤੇ।
मतलब इन्नी ज़्यादा दूरअंदेशी सी ਉਹਦੀ ਜਿਹੜੀ गदर की गूंज सी ये अखबार तो इलावा ਉਹਦੀਆਂ ਜਿਹੜੀਆਂ ਇਨਕਲਾਬੀ ਯੋਧਿਆਂ ਦੀਆਂ ਜਿਹੜੀਆਂ ਕਵਿਤਾਵਾਂ ਹੁੰਦੀਆਂ ਸੀ ਉਹਦਾ ਸੰਗ੍ਰਹਿ ਹੁੰਦਾ ਸੀ ਉਹਦੀਆਂ ਟੋਟਲ 6 ਅੰਕ ਟੋਟਲ ਛਪੇ ਨੇ ਪਰ 5 मतलब ਰੈਕਡ ਦੇ ਵਿੱਚ ਹੈਗੇ ਨੇ 6ਵਾਂ ਅੰਕ ਨਹੀਂ ਮਿਲਿਆ और जी बिल्डिंग हैगी वो असी फोटो खिंची है ये अज भी सैन फ्रांसिस्को दे विच गदर मैमोरीयल जी बिल्डिंग हैगी आ अज भी गदर पार्टी के जोड़े आने वाले समय के सामने वाले से उन्होंने वो बिल्डिंग को अज भी सांभिया है उस बिल्डिंग पौड़ियां चढ़ के करतार सिंह सराभा उपर जाता होंदा सी आ प्रेस हैगी है जी स्टॉकटन दे विच अज भी पई है जिथे वो अपनी गदर अखबार को छापता होंदा सी चलो हुण चलीए अगे कि उन्हें गदर लहर में किदां तैयारी की देखो हुण युद्ध नीति का तुहानूं एक तरीका दसीए कि उदा ब्रिटिश के विरोध जिहड़ी बगावत करनी भारत दे विच बहुत औखी सी कई बगावतां होईयां उस तो पहलां जिहड़ियां बिल्कुल तहस नहस फेल करतीआं गईयां इन्हां ने की कीता कि इन्हां नूं उदों खदशा होना शुरू हो गया सी कि हुण वर्ल्ड वार लगनी है जिहड़ी कि 1914 दे विच लगी भी उस वर्ल्ड वार तो पहला तैयारी की उन्होंने वो तैयारी सी कि जदों वर्ल्ड वार लगूगी इन्हां दी अपनियां सेनावां जिहड़ियां ने अपने फौजी इंडिया तो पंजाब तो भारत तो बाहर जाणगे उदों असीं जिहड़े इन्हां दे असला खाने सीगे जिहड़ियां कंटोनमेंट सीगियां जिहड़ियां इन्हां दी बैरकां सी उन्हां दे विच कब्जा करके असीं इन्हां दे विरुद्ध बगावत करांगे घट्टो घट्ट पंजाब च तो बाहर कड्डांगे ना इन्हां नूं ये बड़ी तगड़ी प्लैनिंग सी हुण उस प्लैनिंग वास्ते इन्होंने बंब भी चाहिए सी इन्होंने हथियार भी चाहिए सी इन्होंने बहुत कुछ चाहिए सी उस तो वड्डी जिहड़ी चीज़ चाहिए सी कि उत्थों के लोगों को तैयारी करा सकन तो तैयारी उन्होंने गदर अखबार ने पूरी पूरी की है करतार सिंह सराभे नूं पता सी भी हो सकता कि आने वाले समय उस समय के सानू जहाज भी उड़ाने पैण वो पहला भारती होया 1903 दे विच देखो जिहड़ी प्लेन बनने शुरू हुए 1903 के 1912 12-13 उन्हें प्लेन उड़ान की ट्रेनिंग लै ली पूरी तुसी देखो किन्ना तगड़ा योद्धा किन्ना तगड़ा शातर दिमाग जो छरिया जो दिमाग है ना गुरु साहब के जिदा खालसा जी कहते हैं कि वो किन्ना शातर दिमाग होगा उन्होंने पता सी वो कला फर्स्ट रेवोल्यूशनरी नहीं है जिन्हें यह काम किया वो पहला इंडियन भी है जिन्हें ट्रेनिंग ली है इस जहाज में उड़ान की वो रिपेयर कितना करनी उन्होंने सारी तैयारी उन्हें पहला की किसी गदर पार्टी के होर बंदे पता नहीं वो कला ही चला जाता होंगे जो जाता सी बर्कली यूनीवर्सिटी पढ़दे सैन फ्रांसिस्को तक पैदल साइकिल के उत्ते जाता होंदा सी तुसीं देखो कितना लंबा सफ़र मतलब तय करना उन्हें उस ट्रेनिंग लैन तो बाद उन्हें इत्थे बंब कितना तैयार करने वो ट्रेनिंग ली ये सारिया तैयारियां करने तो बाद हुण गदर लहर ने उत्थे शुरू होना 1914 जुलाई 1914 डिकलेयर हो गया कि वर्ल्ड वार लग गई है इन्हों लग्या भी वर्ल्ड वार एक्सपैक्टेशनस तो पहला लग गई है इन्होंने अगस्त 5 अगस्त की जी अखबार गदर की अखबार सी उहदे विच गदर पार्टी ने ऐलान करता भी साडा ब्रिटिश के विरुद्ध पूरा जंग है तो वो सिर्फ इस करके डिकलेयर किया गया उदा इन्हां दीयां नीतियां बहुत लुकवियां होंदियां सी पर डिकलेयर तां किया गया ताकि आने वाले जिहड़े उत्थे जिन्हां दी सानूं साथ की लोड़ है पंजाब दे विच उन्हां नूं पता लगे इस चीज़ वास्ते कामागाटा मारू जहाज़ वो साखी बड़ी सोहनी है जो कामागाटा मारू जहाज़ जापान तो चलिया वैनकूवर आके रुकिया वैनकूवर तो उन्होंने अंदर लैंड नहीं करन दिता गया वैनकूवर का असीं तुहानूं दस दें जिहड़े पुराने बजुर्ग ने उन्होंने पता होगा कि वैनकूवर का बॉर्डर इत्थों सैटल तो ओपन होंदा सी 1914 के उदों बॉर्डर क्लोज नहीं सी हुंदा ते करतार सिंह सराभा इन्ना शातर दिमाग सी भी मैं कामागाटा मारू जहाज़ नूं अपना बेस बना के अपने हथियार उत्थे भेजने ने क्योंकि कामागाटा मारू जहाज़ नूं जदों इत्थे नहीं रहन दिता गया उन्होंने वापस इंडिया भेजा गया कलकत्ता चलो वो स्टोरी अगे चलेगी जदों उन्हें कामागाटा मारू जहाज़ दे विच बड़ियां अखबारां ढेर अखबारां भेजियां ताकि जाके उत्थे डिस्ट्रीब्यूट होण क्योंकि कामागाटा मारू जहाज़ दे विच जिहड़े भी सिख सी वो गदर पार्टी नाल बहुत सहमत सी बड़े उहदे नाल उत्साह होकर काम करते सी बड़ी हैरानी वाली गल है उन्हें 250 सैन फ्रांसिस्को तो 250 पिस्टलां बाय कीतियां ने
ਹੁਣ ਪਿਸਟਲਾਂ ਤਾਂ ਕਿਤੇ ਜਹਾਜ਼ ਵਿੱਚ ਕਦੇ ਵੀ ਨਹੀਂ ਐਂਟਰ ਹੋ ਸਕਦੀਆਂ। ਉਹਨੇ ਬਾਲਟੀਆਂ ਤਿਆਰ ਕੀਤੀਆਂ, ਬਾਲਟੀਆਂ ਦੇ ਥੱਲੇ ਤਿਆਰ ਕੀਤੇ ਜਿਹਦੇ ਵਿੱਚ ਉਹਨਾਂ ਨੇ ਉਹ ਪਿਸਟਲਾਂ ਨੂੰ ਭਰਿਆ ਤਾਂ ਕਿ ਉਹਨੂੰ ਕੋਈ ਦੇਖ ਹੀ ਨਾ ਸਕੇ ਵੀ ਉਹਦੇ ਵਿੱਚ ਕੁਛ ਹੈਗਾ। ਉਹਨੂੰ ਲੱਗੇ ਵੀ ਪਾਣੀ ਦੀ ਬਾਲਟੀ ਹੈ ਤਾਂ ਕੀ ਚੈੱਕ ਕਰਨਾ। ਉਹਨੇ ਪਾਣੀ ਦੀਆਂ ਬਾਲਟੀਆਂ ਥੱਲੇ ਉਹ 250 ਪਿਸਟਲ ਲੈ ਕੇ ਵਿੱਚ ਰੱਖ ਕੇ ਉਹਨਾਂ ਨੂੰ ਸੀਲ ਕਰਕੇ ਕਾਮਾਘਾਟਾ ਮਾਰੂ ਜਹਾਜ਼ ਦੇ ਵਿੱਚ ਪੁੱਜਣ ਤੋਂ ਬਾਅਦ ਬਾਬਾ ਸੋਹਣ ਸਿੰਘ ਭਕੜਾ ਨੂੰ ਕਿਹਾ ਵੀ ਅਸੀਂ ਆਪਣਾ ਕੰਮ ਕਰ ਆਏ ਹਾਂ। ਜਦੋਂ ਕਾਮਾਘਾਟਾ ਮਾਰੂ ਜਹਾਜ਼ ਦੇ ਉੱਤੇ ਬਾਬਾ ਸੋਹਣ ਸਿੰਘ ਭਕੜਾ ਨੂੰ ਉਹਨੇ ਚੜਾਇਆ, ਕਾਮਾਘਾਟਾ ਮਾਰੂ ਜਹਾਜ਼ ਇੰਡੀਆ ਵਾਸਤੇ, ਭਾਰਤ ਵਾਸਤੇ ਤੁਰਿਆ। ਦੇਖੋ ਇੱਥੋਂ ਉਹਨੂੰ ਬਾਬਾ ਭਕੜਾ ਨੂੰ ਉੱਥੋਂ ਚੜਾਇਆ। ਉਹ ਜਹਾਜ਼ ਅੱਗੇ ਯੋਕੋਹਾਮਾ ਜਿਹੜਾ ਜਾਪਾਨ ਦੇ ਵਿੱਚ ਸਿਟੀ ਆ, ਉਹ ਪੋਰਟ ਹੈਗਾ, ਉੱਥੇ ਉਹ ਰੁਕਿਆ। ਬਾਬਾ ਸੋਹਣ ਸਿੰਘ ਭਕੜਾ ਆਪਣੀ ਕਿਤਾਬ 'ਚ ਲਿਖਦੇ ਕਹਿੰਦੇ ਮੈਨੂੰ ਇੱਥੋਂ ਨੇ ਵੈਨਕੂਵਰ ਤੋਂ ਚੜਾਇਆ, ਜਦੋਂ ਮੈਂ ਜਾਪਾਨ ਪਹੁੰਚਿਆ ਤੇ ਪੋਰਟ ਦੇ ਅੱਗੇ ਮੇਰੇ ਅੱਗੇ ਫਿਰ ਬੈਠਾ ਹੋਇਆ ਉੱਥੇ। ਤੁਸੀਂ ਦੇਖੋ ਉਹ ਜਿਹੜੀਆਂ ਉਹਦੀਆਂ ਸਾਰੀਆਂ ਖਬਰਾਂ ਇੰਡੀਆ ਪੁੱਜਦੀਆਂ, ਜਾਪਾਨ ਪੁੱਜਦੀਆਂ, ਉਹ ਵਾਂਟਡ ਆ ਉਹ। ਤੇ ਕਿੰਨਾ ਸ਼ਾਤਰ ਦਿਮਾਗ ਵੀ ਬਾਬਾ ਸੋਹਣ ਸਿੰਘ ਨੂੰ ਭਕੜਾ ਨੂੰ ਇੱਥੋਂ ਚੜਾ ਕੇ ਜਦ ਤੱਕ ਉਹ ਉੱਥੇ ਪਹੁੰਚੇ ਉਹ ਪਹਿਲਾਂ ਉੱਥੇ ਪਹੁੰਚਿਆ ਹੋਇਆ। ਜਦੋਂ ਉੱਥੋਂ ਤੁਰੇ ਹੁਣ ਉਹ ਆਪਣੇ ਨਾਲ 2 ਗੋਰੇ ਤੇ 1 ਗੋਰੀ ਭੈਣਾਂ ਨੂੰ ਨਾਲ ਲੈ ਕੇ ਗਿਆ, ਭੇਸ ਬਦਲ ਕੇ ਗਿਆ। ਜਦੋਂ ਕਾਮਾਘਾਟਾ ਮਾਰੂ ਜਹਾਜ਼ ਬਜ ਘਾਟ ਦੇ ਉੱਤੇ ਕਲਕੱਤਾ ਪਹੁੰਚਿਆ, ਉੱਥੇ ਚਲੋ ਕਾਂਡ ਬਹੁਤ ਲੰਬਾ ਹੈ। ਬਾਬਾ ਗੁਰਦਿੱਤ ਸਿੰਘ ਜਿਹੜੇ ਜਹਾਜ਼ ਨੂੰ ਲੈ ਕੇ ਗਏ, ਗੁਰੂ ਨਾਨਕ ਜਹਾਜ਼, ਉਹ ਉੱਥੋਂ ਰੂਪੋਸ਼ ਹੋ ਗਏ। ਕਈ ਉੱਥੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਬਾਬਾ ਸੋਹਣ ਸਿੰਘ ਭਕੜਾ ਉੱਥੇ ਫੜੇ ਗਏ। ਉੱਥੋਂ ਉਹਨਾਂ ਨੂੰ ਜਿਹੜੀ ਇੱਕ ਵੈਨ ਦੇ ਵਿੱਚ ਪੰਜਾਬ ਲੈ ਕੇ ਜਾਂਦੇ ਪਏ ਸੀਗੇ। ਜਦੋਂ ਪੰਜਾਬ ਦੇ ਵਿੱਚ ਐਂਟਰ ਹੋਏ ਤੇ ਉਹ ਤੁਸੀਂ ਪੁਰਾਣੀਆਂ ਗੱਡੀਆਂ ਦੇਖੀਆਂ ਹੋਣੀਆਂ, ਛੋਟੀਆਂ ਛੋਟੀਆਂ ਬਾਰੀਆਂ ਹੁੰਦੀਆਂ ਸੀ ਉਹਦੇ ਵਿੱਚ, ਤੁਸੀਂ ਜਦੋਂ ਹਵਾ ਲੈਣ ਵਾਸਤੇ। ਉਹ ਵੈਨ ਦੇ ਵਿੱਚ ਜਦੋਂ ਕਹਿੰਦੇ ਵੀ ਮੈਂ ਬੈਠਾ ਹੋਇਆ ਤੇ ਗੱਡੀ ਜਾ ਰਹੀ ਪੁਲਿਸ ਥਾਣੇ ਵੱਲ ਨੂੰ, ਤੇ ਕਹਿੰਦਾ ਕੋਈ ਨਾ, ਉਹ ਤੁਸੀਂ ਸਾਈਕਲ ਦੀ ਪੁਰਾਣੀ ਘੰਟੀ ਦੇਖੀ ਹੋਣੀ ਟ੍ਰੇਨ ਵਾਲੀ, ਉਹ ਕਹਿੰਦਾ ਵੀ ਕੋਈ ਨਾ ਟ੍ਰੇਨ ਘੰਟੀ ਵਜਾਈ ਜਾਵੇ। ਕਹਿੰਦਾ ਮੈਨੂੰ ਸਮਝ ਨਾ ਆਵੇ। ਮੈਂ ਕਹਿੰਦਾ ਜਦੋਂ ਬਾਹਰ ਬਾਰੀ ਦੇ ਦੇਖਿਆ ਤੇ ਕਹਿੰਦੇ ਫਿਰ ਕਰਤਾਰ ਸਿੰਘ ਸਰਾਭਾ ਅੱਗੇ। ਦੇਖੋ ਇਹਨੂੰ ਕਹਿੰਦੇ ਯੁੱਧ ਨੀਤੀਆਂ ਦਾ ਹਿੱਸਾ। ਜਿਹੜਾ ਮੋਸਟ ਵਾਂਟਡ ਹੋਵੇ ਬੰਦਾ, ਉਹ ਵੈਨਕੂਵਰ ਤੋਂ ਬਾਬਾ ਸੋਹਣ ਸਿੰਘ ਨੂੰ ਭਕੜਾ ਨੂੰ ਚੜਾ ਕੇ ਜਾਪਾਨ ਪਹਿਲਾਂ ਪਹੁੰਚਿਆ ਹੋਵੇ, ਉਸ ਤੋਂ ਪਹਿਲਾਂ ਕਲਕੱਤੇ ਪਹੁੰਚਿਆ ਹੋਵੇ ਉਹਦੇ ਕੋਲ ਪੰਜਾਬ ਦੇ ਵਿੱਚ। ਤੇ ਤੁਸੀਂ ਦੇਖੋ ਵੀ ਇਹ ਯੁੱਧ ਨੀਤੀਆਂ ਦਾ ਤੁਸੀਂ ਆਉਣ ਵਾਲੇ ਸਮੇਂ 'ਚ ਕਿਤੇ ਉਪਯੋਗ ਕਰ ਸਕਦੇ ਹੋ। ਇਹ ਯੋਧਿਆਂ ਦੀਆਂ ਯੁੱਧ ਨੀਤੀਆਂ ਤੁਹਾਨੂੰ ਸਿੱਖਣੀਆਂ ਪੈਣੀਆਂ ਨੇ। ਉਸ ਤੋਂ ਬਗੈਰ ਗੁਰਸਿੱਖ ਨਹੀਂ ਹੋ ਸਕਦੇ ਤੁਸੀਂ। ਜਿੱਦਾਂ ਖਾਲਸਾ ਕਹਿੰਦੇ ਵੀ ਸੰਤ ਸਿਪਾਹੀ ਤੋਂ ਬਗੈਰ ਰਹਿ ਹੀ ਨਹੀਂ ਸਕਦਾ। ਉਹ ਜਿਹੜੀਆਂ ਨੀਤੀਆਂ ਨੇ ਤੁਹਾਡੇ ਅੰਦਰ ਰਹਿਣੀਆਂ ਬਹੁਤ ਜ਼ਰੂਰੀ ਨੇ। ਫਿਰ ਜਦੋਂ ਕਰਤਾਰ ਸਿੰਘ ਸਰਾਭਾ ਪੰਜਾਬ ਪਹੁੰਚਦਾ, ਉਹਦਾ ਜਿਹੜੀਆਂ ਕੰਟੋਨਮੈਂਟਸ ਨੇ, ਆਹ ਜਿਹੜੀਆਂ ਬੈਰਕਾਂ ਨੇ ਅੰਗਰੇਜ਼ਾਂ ਦੀਆਂ, ਉਸ ਵੇਲੇ ਵਰਲਡ ਵਾਰ 1 ਲੱਗ ਚੁੱਕੀ ਹੈ। ਬਹੁਤ ਸਿਪਾਹੀ ਜਿਹੜੇ ਇੰਗਲੈਂਡ ਵਾਲੇ ਬ੍ਰਿਟਿਸ਼ ਵਾਲਿਆਂ ਨੇ ਬਾਹਰ ਭੇਜਦੇ ਆ। ਹੁਣ ਉਹ ਬੈਰਕਾਂ ਦੇ ਵਿੱਚ ਕਿੱਦਾਂ ਕੰਟਰੋਲ ਕਰਨਾ, ਕਿਉਂਕਿ ਉੱਥੇ ਬੰਦੇ ਫਿਰ ਆਪਣੇ ਹੁੰਦੇ ਸੀਗੇ। ਇਹਨੇ ਉਹਨਾਂ ਬੈਰਕਾਂ ਦੇ ਵਿੱਚ ਰਾਵਲਪਿੰਡੀ, ਇਸਲਾਮਾਬਾਦ ਤੋਂ ਲੈ ਕੇ ਤੁਸੀਂ ਦੇਖੋ ਅੰਮ੍ਰਿਤਸਰ ਸਾਹਿਬ ਦਾ ਸਮਾਂ ਘੱਟੋ ਘੱਟ 5-6 ਘੰਟੇ ਦੀ ਡਰਾਈਵ ਹੈ। ਰਾਵਲਪਿੰਡੀ ਤੋਂ ਲੈ ਕੇ ਆਗਰਾ ਤੋਂ ਮੇਰਠ ਤੋਂ ਬਨਾਰਸ, ਇਹ ਸਾਰੀਆਂ ਕੰਟੋਨਮੈਂਟਸ ਉਹਨੇ ਕਵਰ ਕਰਨੀਆਂ। ਸਤਿੰਦਰਨਾਥ ਸਨਿਆਲ ਜਿਹੜਾ ਬੰਗਾਲ ਤੋਂ ਉਹਨਾਂ ਦੇ ਨਾਲ ਰਲੇ ਸੀ, ਉਹਨਾਂ ਦੀ ਕਿਤਾਬ ਦੇ ਵਿੱਚ ਉਹਨੇ ਲਿਖਿਆ, ਕਹਿੰਦਾ ਉਹ ਇੱਕ ਦਿਨ ਦੇ ਵਿੱਚ 40 ਤੋਂ 50 ਕਿਲੋਮੀਟਰ ਸਾਈਕਲ ਚਲਾਉਂਦਾ ਹੁੰਦਾ ਸੀ, ਕਿਉਂਕਿ ਹੋਰ ਕੋਈ ਸਾਧਨ ਨਹੀਂ ਸੀ। ਦੇਖੋ ਕਿੰਨੀ ਮਿਹਨਤ ਕੀਤੀ ਉਸ ਗਦਰ ਪਾਰਟੀ ਨੂੰ ਉਹਨਾਂ ਨੇ ਤਿਆਰ ਕਰਨ ਵਾਸਤੇ ਤੇ ਉਹਨੂੰ ਸਕਸੈਸਫੁਲ ਕਰਨ ਵਾਸਤੇ। ਬੈਰਕਾਂ ਦੇ ਵਿੱਚ ਜਾਣਾ, ਉਹਨੇ ਸਿਪਾਹੀਆਂ ਨਾਲ ਗੱਲ ਕਰਨੀ, ਇੰਨੀ ਜ਼ਿਆਦਾ ਕਨਵਿੰਸਿੰਗ ਪਾਵਰ ਹੁੰਦੀ ਸੀ ਕਿ ਉਹ ਕਹਿੰਦੇ ਵੀ ਉਹ 10 ਮਿੰਟ ਦੀ ਗੱਲਬਾਤ ਤੋਂ ਬਾਅਦ ਉਹ ਬੈਰਕਾਂ ਵਾਲੇ ਉਹਨੂੰ ਚਾਬੀਆਂ ਫੜਾਉਂਦੇ ਵੀ ਤੂੰ ਜਦੋਂ ਵੀ ਸ਼ੁਰੂ ਕਰਨੀ ਹੈ ਤੂੰ ਸਾਡੇ ਕੋਲ ਆ ਕੇ ਚਾਬੀਆਂ ਦੇ ਦੇ। ਇੰਨੀ ਜ਼ਿਆਦਾ ਉਹਦੀ ਕਨਵਿੰਸਿੰਗ ਪਾਵਰ ਹੁੰਦੀ ਸੀ। ਤੁਸੀਂ ਦੇਖੋ ਇੱਕ ਉਹ ਕਵੀ ਵੀ ਉਹ ਲੇਖਕ ਵੀ ਉਹ ਯੋਧਾ ਵੀ ਉਹ ਛੜੀਆ ਵੀ ਉਹ, ਤੇ ਕਿੰਨੀ ਜ਼ਿਆਦਾ ਕਨਵਿੰਸਿੰਗ ਪਾਵਰ ਕਿ ਲੋਕੀ ਉਹਦੇ ਅੱਗੇ ਮਤਲਬ ਉਹ ਕਹਿੰਦੇ ਵੀ ਤੂੰ ਜਦੋਂ ਆਵਾਜ਼ ਮਾਰੇਗਾ ਅਸੀਂ ਉਦੋਂ ਰੈਡੀ ਹੋਵਾਂਗੇ। ਲੁਧਿਆਣੇ ਦੀਆਂ, ਜਲੰਧਰ ਦੀਆਂ ਜਿਹੜੀਆਂ ਬੈਰਕਾਂ ਸੀ, ਉਹ ਕਹਿੰਦੇ ਤੂੰ ਬਸ ਸਿਰਫ ਤੂੰ ਸਾਨੂੰ ਇੱਕ ਦਿਨ ਪਹਿਲਾਂ ਦੱਸਣਾ, ਅਸੀਂ ਚਾਬੀਆਂ ਤੈਨੂੰ ਫੜਾ ਦੇਣੀਆਂ, ਤੂੰ ਜੋ ਮਰਜ਼ੀ ਜਿਹੜੀਆਂ ਮਰਜ਼ੀ ਇੱਥੋਂ ਬੈਰਕਾਂ ਚੋਂ ਸਾਰਾ ਕੁਝ ਲੈ ਜਾ। ਤੇ ਉਹ ਅੰਬਾਲੇ ਦੀਆਂ, ਜਲੰਧਰ ਦੀਆਂ ਤੇ ਲੁਧਿਆਣੇ ਦੀਆਂ ਛਾਉਣੀਆਂ ਬਹੁਤ ਇੰਪੋਰਟੈਂਟ ਹੁੰਦੀਆਂ ਸੀ ਉਹਨਾਂ ਵਾਸਤੇ। ਪਰ ਗਦਰ ਲਹਿਰ ਵਾਸਤੇ ਇੱਥੋਂ ਵੈਨਕੂਵਰ ਤੋਂ, ਸਟਾਕਟਨ ਤੋਂ ਲਗਭਗ 20,000 ਦੇ ਕਰੀਬ ਜਿਹੜੇ ਉੱਥੇ ਭਾਰਤੀ ਪੁੱਜੇ, ਉਹ ਆਲਮੋਸਟ 50 more than 50% ਫੜੇ ਗਏ, ਜਿਨ੍ਹਾਂ ਨੂੰ ਬਾਅਦ ਚੋਂ ਸਜ਼ਾਵਾਂ ਹੋਈਆਂ।
गदर पार्टी ने गदर लहर की जिहड़ी तरीक रखी वो रखी 21 फरवरी 1915। पर इतिहास इस चीज़ का गवाह है कि साडियां सारिया जंगां दे विच भावें वो डोगरे होण महाराजा रणजीत सिंह वेले ते इन्हां वेले किरपाल सिंह वर्गे होण, उन्होंने साडे पिट्ठां 'च छुरे बहुत मारे ने। ये हुण युद्ध नीतियां दे विच तुसीं ये भी सीखना है, कहंदे लूज बट नैवर लूज द लैसन। कहंदे जंग हार गए कोई गल नहीं, पर जंग का सबक नहीं भुलना। ये नीति साडे इतिहासकारां ने जां जिहड़े योद्धियां ने किते ना किते वो घाटां साडे च रहीआं ने कि लूज बट नैवर लूज द लैसन। ये नीतियां तुसीं जरूर अपने दिमाग 'च रखणियां कि पुरानियां जिहड़ियां भी योद्धियां ने घालना घालियां ने, जिथे वो कामयाब नहीं होए, वो कामयाब अपने कारणों करके नहीं होए, होर कई कारण ने, पर उन्होंने वाचना जरूर है, उन्होंने देखना जरूर है, उन्होंने एनालाइज जरूर करना। तुसीं उस तो बाद जदों गदरी बाबियां नूं पता लग गया कि भी जिहड़ी ये डेट है वो अंग्रेज़ों को पता लग गई है, पहला उन्होंने डेट 2 दिन पहला करती। नहीं तो हुंदा की है कि आम तौर पर कहते भी चलो 5 दिन लेट कर दो, कोई नहीं 10 दिन लेट कर दो। उन्होंने अपनी प्रैपरेशन 2 दिन पहला कर लिया भी 21 फरवरी को, आप 19 फरवरी को आप गदर शुरू कर देंगे। पर उस तो पहला भी वो डेट भी जी किरपाल सिंह ने जी सूईआ सिगा विच उन्हें वो खबर जी अंग्रेज़ों तक पहुँचाती। बैरकों के विचों जिहड़ियां हथियार सिगा असला सी वो पहला ही रिमूव करता गया। जदों उन्होंने ईवन बैरकों दी चाबियां भी मिलियां करतार सिंह सराभे ने लईआं जाके, उन्होंने को असला है ही नहीं सी उत्थे। असीं तुहानूं ये भी मैंशन कर दईए कि पंजाब दे विचों भाई रणधीर सिंह अखंड कीर्ति जत्थे वाले उन्होंने जत्थे ने इन्हां दा बहुत पूरी तरह साथ दिता। वो आप भी उन्होंने कैदां कट्टियां ने गदर लहर दे विच। चलो हुण असीं समाप्ति वाल आईए। जदों गदर लहर सक्सैसफुल नहीं हो सकी, फड़ो फड़ाई शुरू हो गई, पार्टी ने यह ऐलान किया कि जेड़े जेड़े बचे ने वो भी पंजाब तो बाहर चल जाओ, क्योंकि यही रस्ता साडे कोल इस वेले। बड़ियां भावनात्मक साखियां ने जिहड़ियां असीं हुण इस वेले शेयर नहीं कर सकते, इन्ना समा नहीं हैगा। पर अगों तुरीए कि वो भाई हरनाम सिंह टुंडीलाट ते जगत सिंह सुर सिंह नाल रल के वो अफगानिस्तान वालों चले जाते हैं। काबुल के कोल पहुँचते हैं तो एक हवेली जिथे वो एक जिहड़ा उन्हां नाल सहमति रखने वाला जिहड़ा सिंह सी वो उन्होंने उत्थे रखदा। रात नूं तुसीं देखो इन्ने महीनियां दी जिहड़ी मेहनत तो बाद चलो खालसा जी वालों बेनती हुई है कि इनू असीं जिहड़ी अगली 5-7 मिनट की होर प्रैजेंटेशन या साखी रहिंदी है इनू आपां कंटिन्यू करांगे ब्रेक तो बाद। बाकी खालसा जी आप सारिਆਂ ਨੂੰ वाहिगुरू जी का खालसा अब जी का लंगर आ गया, वो ठंडा हो रहा, इस करके छक लियो ते हुण उत्थे गदर ना पायो। ये गदर जिहड़ा इन्हां अंदर अपने दिलों च बाल के रखियो। सोचते रहो कि किड्डे किड्डे महान योद्धे ने ते की मैं हाँ, मैं कित्थे कजे हाँ। अपने आप नूं ते उन्हां नूं थोड़ा जिहा कंपैरिजन करदे करदे नाले लंगर छकियो ते नाले जिहड़ा है फिर वापस छेती आयो, जिन्नी छेती होके छक के आओगे फिर वापस इत्थों ही शुरू करांगे कंटिन्यू ते 10-15 मिनट होर खालसा जी जिहड़ा तुहानूं चंगी तरह जिहड़े वो रंग ने, क्योंकि उत्थे जेल च जाना, जेल च उन्होंने किद्दां गाउणा, वो की रंग होए, उत्थे की छल कीते, की युद्ध नीतियां वरतियां, वो खालसा जी अगे दसणगे। वाहिगुरू जी का खालसा वाहिगुरू जी की फतेह। चलो साखी नूं शुरू करन तो पहले आपां छड्डी सी असीं एक पा लैंदे हां कि वो योद्धे की साखी सुणाते सुणाते वो किद्दां रंग बजदा। असीं ओ पीजे वाली थां दे उत्ते असीं पीज़ा वरता रहे सी ते पीज़ा वरतांदे वरतांदे सेवादारां नूं पता कि थल्ले पैर बहुत सड़दे सी। असीं सोचा भी योद्धियां दे पैर भी सड़दे हैं
वो जिहड़ा रंग सी ना करतार सिंह सराभे का वो अंदर सी, उन्हें पैर सड़े जरूर है पर उन्हें महसूस नहीं होने दिते। असीं सोचिया कि सिर्फ साखी सुनाण नाल वो रंग अंदर बज्जिया, वो योधे का योधापन अंदर रहा। सोचो जे किते असीं उन्होंने माण के उहदे वर्गे बन जाइए तो ना ही कोई फांसियां ते ना ही कोई सजावां सानू कदे मार सकदियां। सो साखी नूं कंटिन्यू करिए। जदों करतार सिंह सराभा गदर लहर जिहड़ी है वो कामयाब नहीं होंदी, गदर पार्टी के जोड़े आदेश ने कि हम सारे पंजाब छड़ जाओ, वो बाबा हरनाम सिंह टुंडीलाल ते बाबा जगतार सिंह सुर सिंह वालियां नाल वो अफगानिस्तान में तुर पैंदे ने। उत्थे एक हवेली हुंदी है जिथे एक सिंह उन्हां दी रिहाइश का प्रबंध करदा। सोचो हुण रात सुते ने सारे, करतार सिंह सराभे नूं नींद नहीं आती। वो कहता इन्ने साल की साड़ी मेहनत तो बाद, इन्ने साड़ियां कईयां हुईयां गल्लां तो बाद सारे परिवारां ने किन्ने देशां 8 देशों के विचों 20,000 प्राणी जिहड़ा साडे सिर्फ एक आदेश के उत्ते एक कहने के उत्ते अपनियां जानां कुर्बान करने इत्थे आ गया। ते असीं किद्दां सौ सकदे हां ते असीं किद्दां इत्थों भज के चल जाइए। वो दृश्य बड़ा प्यारा। रात में उठदा हो हवेली के बाहरले पासे विहड़े जा पैंदा ते वो कविता एक लिखदा। वो कविता तुसीं सोचो कि वो कवितावां आम कवियां वर्गियां कवितावां नहीं, कोरड़ा छंद दे विच कविता है। वो वित छंदां दे विच ओहदियां कवितावां ने, कई बैंतां च ओहदियां कवितावां लिखियां गईयां कि वो कवि इदां नहीं कि भी वो मिजाजी इश्क है तो उठिया तो चलो कविता लिखनी, मन के फुरन आया तो कविता लिखनी शुरू करती। बड़े तरीके नाल वो कवितावां लिखदा। वो जिहड़ा कविता का रूप है कि उस वेले उहदे मन दीयां बिरतियां की ने कि जदों इन्नी मेहनत तो बाद कामयाबी नहीं मिली, इन्नी मेहनत तो बाद परिवार रुल गए सारे, उहदे मन दे विच की आंदा कि मैं इत्थों छड्ड के चल जावां। ये साडीआं धीआं ने वो कविता नूं 4 लाइनां ने 8 लाइनां ने 4 बंद ने, उन्होंने कोरड़ा छंद दे विच गाया। सो आप जी सरवण करो। सूर मेरा काम नहीं ओ पेठ मोड़ना, यार लाके यार नालों ने हो तोड़ना, दिला दे महरमा दा साथ तज के, बड़ी सिर शेरां दी की जाना भज के, बड़ी सिर शेरां दी की जाना भज के, जिन्हां नाल रल के सी बीड़ा चुकिया, जालिमां ने सारियां नूं जेली डकिया, दे जांदा उन्हां नूं तसीर रज के, बड़ी सिर शेरां दी की जाना भज के, बड़ी सिर शेरां दी की जाना भज के, हो गया पंजाबियां की तेरी शान नूं, जम्मे ओने कारियां की अन खान नूं, अज भज आयो रन्ना वांग मुंह कज के, बड़ी सिर शेरां दी की जाना भज के, बड़ी सिर शेरां दी की जाना भज के, उठदा पंजाब नूं मुहारा मोड़िए, जाए के फिरंगी दियां जेलां तोड़िए, मौत नाल फेरे लिए लाड़े सज के, बड़ी सिर शेरां दी की जाना भज के, बड़ी सिर शेरां दी की जाना भज के, बड़ी सिर शेरां दी की जाना भज के। ये कविता जदों रात लिखदा उन्होंने आप को नींद नहीं आती। सवेरे उठदा दोनों योधिया को उठांदा, वो कहता असी इत्थों भज के नहीं जा सकते। चलो कहानी लंबी है पर असी इन्हूं शॉर्ट करिए। वो वापस जाते हैं, कोशिश करते हैं फिर बैरकां दे विच जाके जाण दी, पर वो जिहड़े सूही इन्ने बुरी तरह फैले हुए ने उन्हां दे नाल उन्हां दे सूहीआपन दे नाल उन्हां दी गिरफ्तारी हो जाती है। गिरफ्तारी तो बाद जेल दे विच जांदे ने
ਤੇ ਦੇਖੋ ਜਿਹੜਾ ਮੋਸਟ ਵਾਂਟਡ ਪੰਜਾਬ ਦੇ ਵਿੱਚ ਹੋਵੇ ਤੇ ਉਹਨਾਂ ਨੂੰ ਤਸੀਹੇ ਵੀ ਕਿੱਦਾਂ ਕਿੱਦਾਂ ਦੇ ਮਿਲੇ ਹੋਣਗੇ। ਬਰਫ਼ ਦੀਆਂ ਸਲੀਆਂ ਤੇ ਲਟਾਇਆ ਗਿਆ, ਬਹੁਤ ਤਸੀਹੇ ਦਿੱਤੇ ਗਏ ਕਾਲ ਕੋਠੜੀਆਂ ਦੇ ਵਿੱਚ, ਪਰ ਉਹਨਾਂ ਨੇ ਉਹ ਆਪਣੀਆਂ ਕਵਿਤਾਵਾਂ ਦੇ ਰੰਗ ਦੇ ਸਿਰ ਦੇ ਉੱਤੇ ਉਹ ਜਿਹੜੀਆਂ ਜੇਲ੍ਹਾਂ ਮਾਣੀਆਂ ਨੇ। ਜੇਲ੍ਹ ਬਹੁਤੀ ਲੰਬੀ ਨਹੀਂ ਸੀ, ਪਰ 6-7 ਮਹੀਨੇ ਦੀ ਜੇਲ੍ਹ ਸੀ। ਉਹ ਜਦੋਂ ਕੌਂਸਪੀਰੇਸੀ ਕੇਸ ਜਿਹੜਾ ਲਾਹੌਰ ਕੌਂਸਪੀਰੇਸੀ ਕੇਸ ਇੱਕ ਜਿਹੜਾ ਹੈਗਾ, 2 ਕੇਸ ਹੋਏ ਨੇ ਲਾਹੌਰ ਕੌਂਸਪੀਰੇਸੀ ਕੇਸ ਦੇ, ਇੱਕ ਲਾਹੌਰ ਕੌਂਸਪੀਰੇਸੀ ਕੇਸ ਨੰਬਰ 1 ਤੇ ਨੰਬਰ 2। ਜਿਹੜਾ ਨੰਬਰ 2 ਵਾਲਾ ਸੀ ਉਹ ਭਗਤ ਸਿੰਘ ਦਾ ਕੇਸ ਸੀ, ਪਰ ਲਾਹੌਰ ਕੌਂਸਪੀਰੇਸੀ ਕੇਸ 1 ਜਿਹੜਾ ਸੀ ਉਹਦੇ ਵਿੱਚ ਸਜ਼ਾਵਾਂ ਹੋਈਆਂ ਨੇ। ਹੁਣ ਜਦੋਂ ਸਜ਼ਾਵਾਂ ਹੋਈਆਂ, ਇਹ ਸਭ ਤੋਂ ਛੋਟੀ ਉਮਰ ਦਾ ਸਜ਼ਾ ਪ੍ਰਾਪਤ ਕਰਨ ਵਾਲਾ ਕ੍ਰਾਂਤੀਕਾਰੀ ਪੈਨਲ ਬੈਠਿਆ। ਉਹਨਾਂ ਨੇ ਕਿਹਾ ਕਿ ਵੀ ਤੁਸੀਂ ਇਸ ਛੋਟੀ ਉਮਰ ਦੇ ਬੱਚੇ ਨੂੰ ਤੁਸੀਂ ਨਾ ਸਜ਼ਾ ਦਿਓ। ਉਹ ਕਹਿੰਦੇ ਠੀਕ ਹੈ, ਅਸੀਂ ਇਹਦੀ ਸਜ਼ਾ ਮਾਫ ਕਰ ਦਿੰਦੇ ਹਾਂ, ਪਰ ਇਹਦਾ ਸਾਨੂੰ ਮੁਆਫੀਨਾਮਾ ਚਾਹੀਦਾ ਵੀ ਲਿਖਤੀ ਰੂਪ 'ਚ ਮੁਆਫੀਨਾਮਾ ਕਰਦੇ ਅਸੀਂ ਇਹਦੀ ਸਜ਼ਾ ਮਾਫ ਕਰ ਦਿਆਂਗੇ। ਜੱਜ ਦੇ ਸਾਹਮਣੇ ਪੇਸ਼ ਹੋਇਆ, ਉਹ ਕਹਿੰਦਾ ਮੈਨੂੰ ਮਾਫੀ ਨਹੀਂ ਚਾਹੀਦੀ, ਮੈਨੂੰ ਫਾਂਸੀ ਤੇ ਲਾ ਦਿਓ। ਫਿਰ ਦੁਬਾਰਾ ਪੈਨਲ ਬੈਠਿਆ, ਫਿਰ ਉਹਨੂੰ ਦੂਜੀ ਆਪਸ਼ਨ ਦਿੱਤੀ ਗਈ ਕਿ ਤੈਨੂੰ ਉਮਰ ਕੈਦ ਕਰ ਦਿੰਦੇ, ਸਾਨੂੰ ਸਿਰਫ ਮੁਆਫੀਨਾਮਾ ਦੇ ਦਿਓ। ਤੁਸੀਂ ਦੇਖੋ ਕਿ ਇੱਛਾ ਸ਼ਕਤੀ ਉਹਦੀ ਕਿੰਨੀ, ਦਿਮਾਗ ਦੇਖੋ। ਕਹਿੰਦਾ ਜੇ ਤੁਸੀਂ ਮੈਨੂੰ ਉਮਰ ਕੈਦ ਦੀ ਸਜ਼ਾ ਦੋਗੇ, ਮੈਨੂੰ 20-25 ਸਾਲ ਹੋਰ ਜੇਲ੍ਹਾਂ 'ਚ ਕੱਟ ਕੇ ਰੱਖੋਗੇ ਤੇ ਮੇਰੇ ਸਰੀਰ ਦਾ ਉਹ ਖਤਮ ਹੋ ਜਾਣਾ ਉੱਥੇ। ਕਹਿੰਦਾ ਮੈਨੂੰ ਤੁਸੀਂ ਅੱਜ ਫਾਂਸੀ ਦਿਓ, ਮੈਂ ਫਿਰ 15 ਸਾਲਾਂ ਬਾਅਦ ਇੱਥੇ ਪੈਦਾ ਹੋ ਕੇ ਮੈਂ ਇਸ ਆਜ਼ਾਦੀ ਦੀ ਲੜਾਈ ਵਾਸਤੇ ਕਹਿੰਦਾ ਮੈਂ ਫਿਰ ਲੜਨਾ ਇੱਥੇ ਤੁਹਾਡੇ ਨਾਲ। ਦੇਖੋ ਤੁਸੀਂ ਇੱਕ ਜਿਹਨੂੰ ਮੌਤ ਦਾ ਕੋਈ ਡਰ ਨਹੀਂ, ਕਿ ਪਤਾ ਕਿ ਮੌਤ ਨੇ ਉਹਨੇ ਖਤਮ ਕਰ ਦੇਣਾ ਸਰੀਰ ਨੂੰ, ਆਪਸ਼ਨਾਂ ਮਿਲੀਆਂ ਨੇ ਕਿ ਤੂੰ ਸਿਰਫ ਮੁਆਫੀਨਾਮਾ ਕਰ ਦੇ ਤੇ ਤੈਨੂੰ ਅਸੀਂ ਤੇਰੀ ਸਜ਼ਾ ਜਿਹੜੀ ਉਹ ਕਾਲੇ ਪਾਣੀ 'ਚ ਬਦਲ ਦਿੰਦੇ ਹਾਂ। ਕਹਿੰਦਾ ਨਹੀਂ, ਕਹਿੰਦਾ ਮੈਨੂੰ ਦਿਓ ਫਾਂਸੀ ਹੁਣੇ, ਤੇ ਮੈਂ ਤਾਂ ਕਿ 15 ਸਾਲਾਂ ਬਾਅਦ ਆਪ ਆਪਣੀ ਇਸ ਉਮਰ 'ਚ ਆ ਕੇ ਇਸ ਆਜ਼ਾਦੀ ਦੀ ਲੜਾਈ ਵਿੱਚ ਮੈਂ ਦੁਬਾਰਾ ਹਿੱਸਾ ਲੈ ਸਕਾਂ। ਇਹ ਯੋਧਾਪਣ ਉਸ ਆਜ਼ਾਦੀ ਦੇ ਘੁਲਾਟੀ ਦਾ ਸੀ। ਆਖਿਰਕਾਰ ਜਿਹੜੇ ਦਿਨ 16 ਨਵੰਬਰ 1915 ਨੂੰ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਦਿੱਤੀ ਗਈ, ਜਿਹਦੇ ਵਿੱਚ ਟੋਟਲ 7 ਜਿਹੜੇ ਕ੍ਰਾਂਤੀਕਾਰੀ ਸੀ, ਜਿਹਦੇ ਵਿੱਚ ਇੱਕ ਵੈਸਟ ਬੰਗਾਲ ਤੋਂ, ਬਾਕੀ ਸਾਰੇ ਜਿਹੜੇ ਕ੍ਰਾਂਤੀਕਾਰੀ ਗਦਰ ਪਾਰਟੀ ਦੇ ਜਿਹੜੇ ਸੀ ਉਹ ਸਾਰੇ ਪੰਜਾਬ ਤੋਂ ਸੀ। ਜਦੋਂ ਫਾਂਸੀ ਦਾ ਸਮਾਂ ਆਇਆ, ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਮੇਰੀ ਬੈਰਕ ਜਿਹੜੀ ਸੀ ਨਾ ਉਹ ਤੋਂ ਥੋੜੀ ਦੂਰ ਹੁੰਦੀ ਸੀ। ਉਹਨੇ ਬੈਰਕ ਦੇ ਵਿੱਚ ਇੱਕ ਵਾਰੀ ਸਮਾਂ ਕੱਢ ਕੇ ਉਹਨਾਂ ਬੈਰਕ ਦੇ ਵਿੱਚ ਗਏ, ਉਹਨੂੰ ਸਮਝਾਇਆ ਵੀ ਜਿਹੜੀ ਤੂੰ ਆ ਸਾਰੀ ਗਦਰ ਲਹਿਰ ਦੇ ਵਿੱਚ ਜੋ ਤੂੰ ਯੋਧਾਪਣ ਕੀਤਾ ਹੈ, ਵੀ ਤੈਨੂੰ ਲੱਗਦਾ ਕਿ ਵੀ ਇਹ ਕਿਤੇ ਹਿੱਸੇ ਆਊਗਾ। ਕਹਿੰਦੇ ਉਹਨੇ ਆਪਣੀ ਕੰਧਾਂ ਦੇ ਉੱਤੇ ਲਿਖਿਆ ਸੀ, ਕਹਿੰਦੇ ਸਾਡੀ ਕੀਤੀ ਜਿਹੜੀ ਘਾਲ ਹੈ ਨਾ ਉਹ ਕਈ ਸਦੀਆਂ ਤੱਕ ਯਾਦ ਰੱਖੀ ਜਾਊਗੀ। ਇਹ ਉਹਦੇ ਆਪਣੀ ਬੈਰਕ ਦੇ ਵਿੱਚ ਲਿਖਿਆ ਹੁੰਦਾ ਸੀ। ਕਹਿੰਦੇ ਜਦੋਂ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਫਾਂਸੀ ਦੀ ਸਜ਼ਾ ਦੇਣ ਵਾਸਤੇ ਉਹਨੂੰ ਫਾਂਸੀ ਦੇ ਉਸ ਤਖਤੇ ਤੇ ਲਿਜਾਇਆ ਗਿਆ। ਕਹਿੰਦੇ ਉਹਨੂੰ ਅਖੀਰਲੀ ਉਹਦੀ ਮੰਗ ਅਖੀਰ ਵੀ ਤੂੰ ਦੱਸ ਵੀ ਤੈਨੂੰ ਕੀ ਚਾਹੀਦਾ ਅਖੀਰ ਦੇ ਵਿੱਚ। ਉਹ ਕਹਿੰਦਾ ਮੈਨੂੰ ਇੱਕੋ ਚੀਜ਼ ਚਾਹੀਦੀ ਹੈ ਕਿ ਮੇਰੇ ਜਿਹੜਾ ਰੱਸੀ ਦਾ ਫੰਦਾ ਹੈ ਨਾ ਉਹ ਮੈਨੂੰ ਆਪਣੇ ਆਪ ਆਪਣੇ ਗਲ ਦੇ ਵਿੱਚ ਪਾ ਲੈਂਦੇ। ਉਸ ਵੇਲੇ ਇਹ ਬਿਲਕੁਲ ਅਸਲੀਅਤ ਇਸ ਬਾਬਾ ਸੋਹਣ ਸਿੰਘ ਭਕਨਾ ਦੀ ਕਿਤਾਬ 'ਚ ਲਿਖੀ ਗਈ, ਜਿਹੜੇ ਉਸ ਵੇਲੇ ਉਹਨਾਂ ਦੇ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਸੀ। ਉਹ ਕਹਿੰਦੇ ਉਹਨੇ ਫਾਂਸੀ ਦਾ ਰੱਸਾ ਚੁੰਮਿਆ ਤੇ ਉਹ ਫਾਂਸੀ ਦਾ ਰੱਸਾ ਆਪਣੇ ਗਲ 'ਚ ਪਾਇਆ, ਤੇ ਉਹਦੀਆਂ ਅਖੀਰਲੀਆਂ ਲਾਈਨਾਂ ਇਹ ਸੀ, ਕਿਉਂਕਿ ਉਹਨੂੰ ਬੜੀ ਆਸ ਸੀ ਕਿ ਵੀ ਸਾਨੂੰ ਜਿਹੜੀਆਂ ਘਾਲਣਾ ਸੀ ਘਾਲੀਆਂ ਨੇ, ਕਿਉਂਕਿ ਉਹਦਾ ਇੱਕ ਸੁਪਨਾ ਸੀ ਕਿ ਅਸੀਂ ਭਾਰਤੀਆਂ ਨੂੰ ਦੁਬਾਰਾ ਜਾਗਰਿਤ ਕਰਕੇ ਇਹ ਜਿਹੜੀ ਆਜ਼ਾਦੀ ਦੀ ਲਹਿਰ ਦੁਬਾਰਾ ਚਲਾਉਣੀ ਹੈ। ਤੇ ਉਹ ਫਾਂਸੀ ਦੇ ਚੜ੍ਹਦਿਆਂ ਵੀ ਕਹਿੰਦੇ ਉਹਨੇ ਗਾਇਆ ਸੀ ਕਿ ਵਤਨ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ, ਖਾਤਰ ਵਤਨ ਦੀ ਲੱਗੀ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ। ਉਹਦੀਆਂ ਇਹ ਲਾਈਨਾਂ ਹਮੇਸ਼ਾ ਜਦੋਂ ਵੀ ਤੁਸੀਂ ਕਦੇ ਮਨ ਦੇ ਵਿੱਚ ਕਦੇ ਆਈਆਂ, ਤੁਹਾਡੇ ਕਦੇ ਕਮਜ਼ੋਰੀ ਆਵੇ, ਉਹ ਯਾਦ ਰੱਖਿਓ ਲਾਈਨਾਂ ਨੂੰ। ਇਹ ਉਹ ਯੋਧਾ ਸੀ ਜਿਹਨੂੰ ਅਸੀਂ ਆਪਣੇ ਦਿਲਾਂ ਦੇ ਵਿੱਚੋਂ ਕਿਤੇ ਨਾ ਕਿਤੇ ਭੁਲਾਇਆ। ਸਭ ਤੋਂ ਵੱਡੀ ਦੇਣ ਜਿਹੜੀ ਉਹ ਤੁਸੀਂ ਉਹਦੀ ਜੇ ਰਿਸਰਚ ਕਰਨੀ, ਉਹਦੇ ਯੋਧੇਪਨ ਨੂੰ ਜਾਣਨਾ, ਉਹਨੂੰ ਕਿਤੇ ਕਰਨੀ ਹੈ, ਤੁਹਾਡੇ ਕੋਲ ਸਾਰਾ ਜਿਹੜਾ ਮੈਟਰ ਹੈਗਾ ਉਹ ਇੱਥੇ ਪਿਆ। ਆਪ ਜੀ ਖੋਜ ਕਰਿਓ। ਹੁਣ
ਉਹਨਾਂ ਯੋਧਿਆਂ ਦੀਆਂ ਜਿਹੜੀਆਂ ਬਾਤਾਂ ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਮਾਤਾਵਾਂ ਨੂੰ, ਆਪਣੇ ਬੱਚਿਆਂ ਨੂੰ ਸਾਰਿਆਂ ਨਾਲ ਸਾਂਝੀਆਂ ਕਰਿਆ ਕਰੋ, ਤਾਂ ਕਿ ਇਹ ਜਿਹੜਾ ਸਮਾਂ ਦੁਬਾਰਾ ਕਦੇ ਆਵੇ ਤੇ ਜਿੱਦਾਂ ਉਹ ਯੋਧੇ ਲੜੇ ਨੇ, ਜਿੱਦਾਂ ਉਹਨਾਂ ਦੀਆਂ ਕੁਰਬਾਨੀਆਂ, ਉਹ ਕੁਰਬਾਨੀਆਂ ਕਿਤੇ ਸਮੇਂ ਆਉਣ ਤੇ ਤੁਸੀਂ ਵੀ ਕਰ ਸਕੋ। ਇੰਨੀ ਸੇਵਾ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।